ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪ੍ਰੋਗਰਾਮ ਮੁੱਦਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। 23 ਅਗਸਤ ਨੂੰ ਚੰਦਰਯਾਨ 3 ਉਤਰਿਆ ਚੰਦਰਮਾ ਦੇ ਸਾਊਥ ਪੋਲ ਦੇ ਉੱਤੇ। ਭਾਰਤ ਬਣਿਆ ਦੁਨੀਆ ਦਾ ਸਭ ਤੋਂ ਪਹਿਲਾ ਦੇਸ਼ ਜਿਸ ਨੇ ਸਾਊਥ ਪੋਲ ਦੇ ਉੱਤੇ ਆਪਣਾ ਚੰਦਰਯਾਨ ਉਤਾਰਿਆ। ਹੁਣ ਇੱਕ ਹਫ਼ਤਾ ਬੀਤ ਚੁੱਕਾ ਹੈ। ਲਗਾਤਾਰ ਚੰਦਰਯਾਨ ਉਥੋਂ ਦੀ ਇਨਫੋਰਮੇਸ਼ਨ ਸਾਰੀ ਧਰਤੀ ਦੇ ਉੱਤੇ ਭੇਜਦਾ ਪਿਆ। ਚੰਦਰਮਾ ਦੀਆਂ ਸਾਰੀਆਂ ਡਿਟੇਲਸ, ਜਿੱਥੇ ਤੱਕ ਉਹਦੀ ਪਹੁੰਚ ਹੈ ਰੋਵਰ ਦੀ, ਉਥੋਂ ਤੋਂ ਲੈ ਕੇ ਸਾਰੀਆਂ ਡਿਟੇਲਸ, ਤਸਵੀਰਾਂ ਭੇਜਦਾ ਪਿਆ। ਤੇ ਵਿਕਰਮ ਜੋ ਲੈਂਡਰ ਹੈ, ਜਿਹਦੇ ਵਿੱਚੋਂ ਰੋਵਰ ਬਾਹਰ ਨਿਕਲ ਕੇ ਆਪਣਾ ਸਾਰਾ ਕੰਮ ਕਰਦਾ ਪਿਆ, ਉਸ ਨੇ ਆਪਣੇ ਮਦਰਸ਼ਿਪ ਵਿਕਰਮ ਲੈਂਡਰ ਦੀ ਵੀ ਤਸਵੀਰ ਭੇਜੀ ਹੈ। ਤਾਂ ਸਾਰੇ ਜਿਹੜੇ ਮਜ਼ਾਕ ਕਰ ਰਹੇ ਨੇ ਕਿ ਰੋਵਰ ਨੇ ਵਿਕਰਮ ਲੈਂਡਰ ਨੂੰ ਕਿਹਾ ਸਮਾਈਲ ਪਲੀਜ਼, ਤੇ ਉਹ ਮੁਸਕਰਾਉਂਦੀ ਹੋਈ ਤਸਵੀਰ ਸਾਡੇ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਈ ਕਿ ਜਿਸ ਚੀਜ਼ ਨੂੰ ਸੋਚ ਕੇ ਅਸੀਂ ਇਹ ਮਿਸ਼ਨ ਨੂੰ ਪੂਰਾ ਕੀਤਾ ਉਹ ਚੀਜ਼ ਪੂਰੀ ਹੁੰਦੀ ਵਿਖਾਈ ਦੇ ਰਹੀ ਹੈ। ਅੱਗੋਂ ਹੋਰ ਵੀ ਕਈ ਪ੍ਰੋਜੈਕਟਸ ਵਾਸਤੇ ਰੈਫਰੈਂਸ ਮਿਲ ਰਹੇ ਨੇ। ਸੋ ਇੱਕ ਹਫ਼ਤੇ ਤੋਂ ਵੱਧ ਹੋ ਚੁੱਕਾ ਹੈ ਵਿਕਰਮ ਲੈਂਡਰ ਨੂੰ ਉੱਥੇ ਪਹੁੰਚੇ ਹੋਏ ਤੇ ਰੋਵਰ ਨੂੰ ਆਪਣਾ ਕੰਮ ਕਰਦੇ ਹੋਏ। ਸੋ 23 ਅਗਸਤ ਨੂੰ ਪਹੁੰਚਿਆ ਸੀ ਚੰਦਰਯਾਨ 3 ਸਾਊਥ ਪੋਲ ਮੂਨ ਦੇ ਉੱਤੇ। ਉਸ ਦੀਆਂ ਸਾਰੀਆਂ ਡਿਟੇਲਸ ਕੀ ਨੇ, ਹੁਣ ਤੱਕ ਕੀ ਕੁਝ ਕੰਮ ਹੋ ਚੁੱਕਾ ਹੈ, ਕੀ ਕੁਝ ਨਵਾਂ ਕੰਮ ਕਰਦਾ ਪਿਆ ਹੈ, ਇਸਰੋ ਹੋਰ ਕਿਹੜੀਆਂ ਨਵੀਆਂ ਪ੍ਰੋਜੈਕਟਸ, ਕਿਹੜੀਆਂ ਨਵੀਆਂ ਯੋਜਨਾਵਾਂ ਦੇ ਉੱਤੇ ਕੰਮ ਕਰਦੀ ਪਈ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਸੋ ਇਸ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦੇਣ ਵਾਸਤੇ ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਵੈਭਵ ਸ਼ਰਮਾ ਭਾਰਦਵਾਜ, एरोस्पेस साइंटिस्ट। वेलकम टू मुद्दा वैभव। सत श्री अकाल खन्ना सर, मैं ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹਾਂਗਾ। ਤੁਸੀਂ ਮੈਨੂੰ ਆਪਣੇ ਚੈਨਲ ਤੇ ਸੱਦਾ ਦਿੱਤਾ ਤੇ ਜਿੰਨਾ ਵੀ ਸਪੇਸ ਇੰਡਸਟਰੀ ਵਿੱਚ ਇਸਰੋ ਵੱਲੋਂ ਅਚੀਵਮੈਂਟਸ ਕੀਤੀਆਂ ਜਾ ਰਹੀਆਂ ਨੇ ਉਹਦੇ ਤੇ ਗੱਲ ਕਰਨ ਨੂੰ ਤੁਸੀਂ ਮੈਨੂੰ ਇਨਵਾਈਟ ਕੀਤਾ। ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ। ਤੇ ਮੈਂ ਦੱਸਣਾ ਚਾਹਾਂਗਾ ਕਿ ਅੱਜ ਦਾ ਦਿਨ ਵੀ ਬੜਾ ਇੰਪੋਰਟੈਂਟ ਹੈ ਸਾਡੇ ਲਈ, ਸਾਡੀ ਸਪੇਸ ਇੰਡਸਟਰੀ ਲਈ, ਕਿਉਂਕਿ 23 ਅਗਸਤ ਵਿੱਚ ਜਦੋਂ ਅਸੀਂ ਫਾਈਨਲੀ ਲੈਂਡ ਕੀਤਾ ਸੀਗਾ, ਸਾਡਾ ਜਿਹੜਾ ਵਿਕਰਮ ਲੈਂਡਰ ਸੀਗਾ ਲੈਂਡ ਕੀਤਾ ਸੀਗਾ, ਤੇ ਜਿਹੜਾ ਪ੍ਰਗਿਆਨ ਰੋਵਰ ਸੀਗਾ ਉਹ ਪ੍ਰੋਪਰਲੀ ਆਪਣੇ ਕੰਮ ਕਰ ਰਹੇ ਸੀ ਤੇ ਵਿਦਿਨ 1 ਵੀਕ, ਵਿਦਿਨ 10 ਡੇਜ਼ ਵਿੱਚ ਸਾਡੇ ਇਸਰੋ ਸਾਇੰਟਿਸਟ ਨੇ ਆਦਿਤਿਆ ਜਿਹੜਾ ਪ੍ਰੋਜੈਕਟ ਹੈ ਉਹਨੂੰ ਅੱਜ ਸਵੇਰੇ 11:50 ਤੇ ਲਾਂਚ ਕਰਨ ਦਾ ਡਿਸਾਈਡ ਕੀਤਾ ਹੈ। ਤੇ ਪੂਰੇ ਅਗੇਨ ਸਕਸੈਸਫੁਲ ਇਵੈਂਟ ਤੋਂ ਬਾਅਦ, ਚੰਦਰਯਾਨ ਇਵੈਂਟ ਤੋਂ ਬਾਅਦ ਸਾਰੀ ਦੁਨੀਆ ਦੀ ਅੱਖਾਂ ਸਾਡੇ ਹੁਣ ਸਨ ਪ੍ਰੋਜੈਕਟ ਦੇ ਉੱਪਰ ਹੈ। ਮੈਂ ਦੱਸਣਾ ਚਾਹਾਂਗਾ ਜਿਹੜਾ ਆਦਿਤਿਆ 1 ਹੈ ਇਹ ਸਾਡੇ ਸਨ ਦੇ ਉੱਪਰ ਐਕਸਪੈਰੀਮੈਂਟ ਕਰੇਗਾ, ਸਨ ਦੇ ਉੱਪਰ ਇਨਵੈਸਟੀਗੇਸ਼ਨ ਕਰੇਗਾ ਤੇ ਸਾਰੀ ਇਨਫੋਰਮੇਸ਼ਨ ਉਹ ਸਾਡੇ ਇਸਰੋ ਦੇ ਸਾਇੰਟਿਸਟ ਹੁਣਾਂ ਨੂੰ ਦੇਵੇਗਾ। ਤੇ ਇਹਦੀ ਵੀ ਆਪਣੀ ਵੱਖਰੀ ਪ੍ਰੋਬਲਮ ਸਟੇਟਮੈਂਟ ਸੋਲਵ ਕਰਨ ਲਈ ਭੇਜ ਰਹੇ ਹਾਂ। ਤੇ ਆਉਣ ਵਾਲੇ ਦਿਨਾਂ 'ਚ ਅਸੀਂ ਸੋਲਰ ਦੇ ਉੱਪਰ ਵੀ ਜਿੰਨੀ ਵੀ ਸਾਰੀ ਰਿਸਰਚ ਹੋਏਗੀ ਉਹ ਅਸੀਂ ਆਪਣੇ ਪੂਰੇ ਵਰਲਡ ਦੇ ਜਿਹੜੇ ਸਾਇੰਟਿਸਟ ਨੇ ਉਹਨਾਂ ਦੇ ਨਾਲ ਸ਼ੇਅਰ ਕਰਾਂਗੇ। ਜਿਹੜੇ ਐਸਟ੍ਰੋਫਿਜ਼ਿਕਸ ਦੇ ਸਾਇੰਟਿਸਟ ਨੇ, ਫਿਜ਼ਿਕਸੀਅਸ ਨੇ, ਉਹਨਾਂ ਦੇ ਨਾਲ ਸ਼ੇਅਰ ਕਰਾਂਗੇ। ਜੀ, ਆਦਿਤਿਆ 1 ਇਸਰੋ ਇੱਕ ਨਵਾਂ ਸੈਟੇਲਾਈਟ ਲਾਂਚ ਕਰਨ ਜਾ ਰਿਹਾ ਹੈ ਅੱਜ 11:50 ਤੇ, ਜਦੋਂ ਅਸੀਂ ਅੱਜ ਦੀ ਡੇਟ ਦੇ ਵਿੱਚ ਯਾਨੀ ਕਿ 1 ਸੈਪਟੈਂਬਰ ਨੂੰ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ। ਅੱਜ 11:50 ਤੇ ਇੰਡੀਆ ਦਾ ਜੋ ਟਾਈਮ ਹੈ ਉਸ ਦੇ ਅਨੁਸਾਰ ਆਦਿਤਿਆ 1 ਲਾਂਚ ਹੋਏਗਾ, ਜੋ ਸੂਰਜ ਦੀ ਜਾਣਕਾਰੀ ਦੇਣ ਵਾਸਤੇ ਸਾਨੂੰ ਭੇਜਿਆ ਜਾ ਰਿਹਾ ਹੈ। ਔਰ ਕਹਿੰਦੇ ਨੇ ਕਿ ਇੱਕ ਐਸਾ ਪੁਆਇੰਟ ਲੱਭਿਆ ਜਾ ਰਿਹਾ ਹੈ ਜਿੱਥੇ ਅਰਥ ਦੀ ਤੇ ਸਨ ਦੀ ਜਿਹੜੀ ਗ੍ਰੈਵਿਟੇਸ਼ਨਲ ਪਾਵਰ ਹੈ, ਗੁਰਤਵਾਕਰਸ਼ਣ ਹੈ, ਉਹ ਪੁਆਇੰਟ ਜਿੱਥੇ ਮਿਲਦੇ ਨੇ ਉਸ ਪੁਆਇੰਟ ਦੇ ਉੱਤੇ ਸਥਾਪਿਤ ਕੀਤਾ ਜਾਏਗਾ ਆਦਿਤਿਆ 1 ਨੂੰ, ਤਾਂ ਕਿ ਅਰਥ ਯਾਨੀ ਧਰਤੀ ਵੀ ਉਹਨੂੰ ਆਪਣੇ ਵੱਲ ਨਾ ਖਿੱਚ ਸਕੇ ਤੇ ਸੂਰਜ ਵੀ ਉਹਨੂੰ ਆਪਣੇ ਵੱਲ ਨਾ ਖਿੱਚ ਸਕੇ। ਇੱਕ ਪੁਆਇੰਟ ਦੇ ਉੱਤੇ ਉਹਨੂੰ ਟਿਕਾ ਕੇ ਰੱਖਿਆ ਜਾਵੇ ਔਰ ਉੱਥੋਂ ਉਹ ਸਾਰੀ ਸਨ ਦੀ ਸਾਰੀ ਜਾਣਕਾਰੀ, ਸੂਰਜ ਦੀ ਜਾਣਕਾਰੀ ਸਾਨੂੰ ਲੈ ਕੇ ਧਰਤੀ ਤੇ ਭੇਜੇ। ਇੱਕ ਨਵਾਂ ਪ੍ਰੋਜੈਕਟ ਇਹ ਵੀ ਪਹਿਲੀ ਵਾਰ ਹੋਣ ਜਾ ਰਿਹਾ ਹੈ ਦੁਨੀਆ ਦੀ ਸਪੇਸ ਸਾਇੰਸ ਦੀ ਹਿਸਟਰੀ ਦੇ ਵਿੱਚ, ਔਰ ਇਸ ਦਾ ਉਪਰਾਲਾ, ਇਸ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਭਾਰਤ ਕਰਨ ਜਾ ਰਿਹਾ ਹੈ ਇਸਰੋ ਦੇ ਵੱਲੋਂ। ਸੋ ਫਿਲਹਾਲ ਆਪਾਂ ਇਹ ਜਾਣਨਾ ਚਾਹਾਂਗੇ, ਕਿਉਂਕਿ ਆਦਿਤਿਆ 1 ਤਾਂ ਹਜੇ ਲਾਂਚ ਹੋਣਾ ਹੈ ਔਰ ਇਹ ਬਹੁਤ ਵਧੀਆ ਪ੍ਰੋਜੈਕਟ ਹੈ ਔਰ ਇਹਦੇ ਵਾਸਤੇ ਵੀ ਇਸਰੋ ਨੂੰ ਅਸੀਂ ਆਪਣੇ ਪਲੇਟਫਾਰਮ ਤੋਂ ਆਲ ਦਾ ਬੈਸਟ, ਗੁੱਡ ਲੱਕ ਕਹਿੰਦੇ ਹਾਂ। ਸੋ ਹੁਣ ਤੱਕ ਦੀ ਜਿਹੜੀ ਪਰਫਾਰਮੈਂਸ ਰਹੀ ਹੈ ਚੰਦਰਯਾਨ 3 ਦੀ, ਜੋ ਪਹੁੰਚਿਆ ਹੋਇਆ ਹੈ ਚੰਦਰਮਾ ਦੇ ਉੱਤੇ ਔਰ ਆਪਣੀਆਂ ਫੋਟੋਗ੍ਰਾਫਸ ਔਰ ਸਾਰੀ ਇਨਫੋਰਮੇਸ਼ਨ ਭੇਜਦਾ ਪਿਆ ਹੈ, ਅੱਜ ਇੱਕ ਹਫ਼ਤੇ ਤੋਂ ਜ਼ਿਆਦਾ ਹੋ ਚੁੱਕਾ ਹੈ। ਕੀ ਕੁਝ ਕਰ ਚੁੱਕਾ ਹੈ, ਕੀ ਕੁਝ ਇਨਫੋਰਮੇਸ਼ਨ ਭੇਜ ਚੁੱਕਾ ਹੈ ਔਰ ਸਾਨੂੰ ਕਿੱਦਾਂ ਹੈਰਾਨ ਕਰਦਾ ਪਿਆ ਉਸ ਜਾਣਕਾਰੀ ਦੇ ਨਾਲ, ਚੰਦਰਮਾ ਦੇ ਬਾਰੇ ਦੱਸਦਾ ਪਿਆ। ਵੈਭਵ। हाँ खन्ना सर, मैं दसना चाहांगा कि 23 अगस्त तो बाद प्रज्ञान ने ते
ਵਿਕਰਮ ਲੈਂਡਰ ਨੇ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਜਿਵੇਂ ਸਾਨੂੰ ਪਤਾ ਹੈ ਕਿ ਇੱਕ ਲਿਪ ਸਿਸਟਮ ਲੱਗਾ ਹੋਇਆ ਪ੍ਰਗਿਆਨ ਦੇ ਵਿੱਚ। ਲਿਪਸ ਸਟੈਂਡ ਫੋਰ ਲੇਜ਼ਰ ਬੇਸਡ ਆਗਮੈਂਟੇਸ਼ਨ ਸਿਸਟਮ। ਉਸ ਲੇਜ਼ਰ ਥਰੂ ਉਹਨੇ ਫਾਈਂਡ ਆਊਟ ਕਰਨਾ ਸੀ ਜਿਹੜੀ ਮੂਨ ਦੀ ਮਿੱਟੀ ਹੈ ਉਹ ਕਿਹੜੇ ਤੱਤਵਾਂ ਨਾਲ ਬਣੀ ਹੋਈ ਹੈ ਤੇ ਉਹਦੇ ਵਿੱਚ ਕਿੰਨੀ ਕੁਆਂਟੀਟੀ ਹੈ। ਤੇ ਮੈਂ Yeah. ਦੱਸਣਾ ਚਾਹਾਂਗਾ ਕਿ ਬੜੀ ਖੁਸ਼ੀ ਨਾਲ ਦੱਸਣਾ ਚਾਹਾਂਗਾ ਕਿ ਉਹਦੇ ਵਿੱਚ ਸਾਨੂੰ ਆਕਸੀਜਨ ਦੇ ਆਈਸੋਟੋਪਸ ਅਵੇਲੇਬਲ ਹੋਏ ਨੇ। ਟਾਈਟੇਨੀਅਮ ਮਿਲਿਆ ਹੋਇਆ ਹੈ। ਸਲਫਰ ਬਹੁਤ ਐਕਸਿਸ ਲਾਈਕ ਕੁਆਂਟੀਟੀ ਦੇ ਵਿੱਚ ਮਿਲਿਆ ਹੈ, ਜਿਹੜਾ ਬਹੁਤ ਐਡਵਾਂਟੇਜ ਸਾਨੂੰ ਦੇਵੇਗਾ। ਤੇ ਜਿਹੜਾ ਟਾਈਟੇਨੀਅਮ ਜਿਹੜਾ ਬਹੁਤ ਕੋਸਟਲੀ ਹੁੰਦਾ ਹੈ, ਬਹੁਤ ਰੇਅਰਲੀ ਸਾਨੂੰ ਮਿਲਦਾ ਹੈ। ਤੇ ਜਿੰਨੇ ਵੀ ਐਰੋਸਪੇਸ ਇੰਡਸਟਰੀ ਦੇ ਕੰਪੋਨੈਂਟਸ ਨੇ, ਜਿਵੇਂ ਬਲੇਡਸ ਹੋ ਗਏ, ਇੰਜਨ ਦੇ ਬਲੇਡਸ ਹੋ ਗਏ ਜਾਂ ਰਡਰ ਹੋ ਗਏ, ਉਹ ਸਾਰੇ ਉਹਦੇ ਵਿੱਚ ਮਿਲੇ ਹੋਏ ਹਨ। ਮਤਲਬ ਜਿਹੜੀ ਚੀਜ਼ ਸਾਨੂੰ ਬੜੀ ਰੇਅਰਲੀ ਧਰਤੀ ਤੇ ਮਿਲਦੀ ਹੈ, ਉਹ ਸਾਨੂੰ ਮੂਨ ਤੇ ਬਹੁਤ ਹੀ ਐਕਸਿਸ ਅਮਾਊਂਟ ਦੇ ਵਿੱਚ ਮਿਲ ਰਹੀ ਹੈ। ਪਹਿਲੀ ਤੇ ਇਹੀ ਗੱਲ ਸਾਰੇ ਸਾਇੰਟਿਸਟ ਇਨਵੈਸਟੀਗੇਸ਼ਨ ਐਕਸਪੈਰੀਮੈਂਟ ਕਰਕੇ ਹੈਰਾਨ ਨੇ। ਲਿਪਸ ਜਿਹੜਾ ਸੀ ਪੇਲੋਡ ਉਹਦੇ ਵਿੱਚ ਲਗਾਇਆ, ਉਹ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਰਿਹਾ ਹੈ ਵਿਕਰਮ ਲੈਂਡਰ ਦੇ ਥਰੂ। ਤੇ ਸਾਨੂੰ ਜਿਹੜੇ ਸਾਡਾ ਬੈਂਗਲੋਰ ਦੇ ਵਿੱਚ ਜਿਹੜਾ ਟੈਲੀਮੈਟਰੀ ਟਰੈਕ ਐਂਡ ਕਮਾਂਡ ਸਿਸਟਮ ਹੈ, ਉੱਥੇ ਸਾਨੂੰ ਸਾਰੇ ਪ੍ਰੋਪਰ ਗ੍ਰਾਫਸ ਮਿਲ ਰਹੇ ਨੇ ਕਿ ਕਿੰਨੀ ਕੁਆਂਟੀਟੀ 'ਚ ਸਲਫਰ ਅਵੇਲੇਬਲ ਹੈ ਤੇ ਕਿੰਨੀ ਐਕਸੈਸ ਕੁਆਂਟੀਟੀ ਵਿੱਚ ਅਵੇਲੇਬਲ ਹੋ ਸਕਦਾ ਹੈ। ਪਹਿਲਾਂ ਤਾਂ ਇਹ ਸਾਡਾ ਇਕਵਿਪਮੈਂਟ ਪ੍ਰੋਪਰ ਕੰਮ ਕਰ ਰਿਹਾ। ਦੂਸਰੇ ਨੰਬਰ ਤੇ ਮੈਂ ਦੱਸਣਾ ਚਾਹਾਂਗਾ ਇੱਕ ਚੈਸਟੀ ਨਾਂ ਦਾ ਇੱਕ ਹੋਰ ਉਹਦੇ ਵਿੱਚ ਪੇਲੋਡ ਸਿਸਟਮ ਲੱਗਾ ਹੋਇਆ ਸੀਗਾ, ਜਿਹੜਾ ਥਰਮਲ ਡਿਟੈਕਸ਼ਨ ਅਸੀਂ ਬੜੀ ਲੇਮੈਨ ਲੈਂਗੁਏਜ 'ਚ ਕਹਿ ਸਕਦੇ ਕਿ ਚੈਸਟੀ ਮੀਨਸ ਇੱਕ ਸਿਸਟਮ ਜਿਹੜਾ ਸਾਨੂੰ ਟੈਂਪਰੇਚਰ ਬਾਰੇ ਦੱਸੇ ਮੂਨ ਦੀ। ਤੇ ਉਹਦੇ ਵਿੱਚ ਉਹਨੇ ਫਾਈਂਡ ਆਊਟ ਕੀਤਾ ਤੇ ਉਹ ਵੀ ਬੜੀ ਟ੍ਰੀਮੈਂਡਸਲੀ ਸਾਨੂੰ ਦੱਸ ਰਹੇ ਨੇ ਰਿਜ਼ਲਟ। ਤੇ ਸਾਡੀ ਜਿਹੜੀ ਸੋਚ ਆ ਉਸ ਤੋਂ ਪਰੇ ਹੀ ਸਾਨੂੰ ਰਿਜ਼ਲਟ ਇਹ ਮਿਲ ਰਿਹਾ ਹੈ ਕਿ ਜਦੋਂ ਅਸੀਂ ਸਰਫੇਸ ਆਫ ਦਾ ਮੂਨ ਤੇ ਅਸੀਂ ਟੈਂਪਰੇਚਰ ਮੇਜ਼ਰ ਆਊਟ ਕਰਦੇ ਹਾਂ, 50 to 70 ਡਿਗਰੀ ਸੈਲਸੀਅਸ ਜਾ ਰਿਹਾ ਹੈ। ਲੇਕਿਨ ਜਦੋਂ ਹੀ ਅਸੀਂ 5 ਸੈਂਟੀਮੀਟਰ ਜਾਂ 10 ਸੈਂਟੀਮੀਟਰ ਜਾ ਰਹੇ ਹਾਂ, ਮੀਨਸ ਕਰਸਟ ਆਫ ਦਾ ਮੂਨ, ਉਹ ਟੈਂਪਰੇਚਰ ਡਰਾਸਟਿਕਲੀ ਕਾਫੀ ਡਾਊਨ ਹੋ ਰਿਹਾ, ਉਹ ਨੈਗੇਟਿਵ ਵਿੱਚ ਜਾ ਰਿਹਾ। ਮਤਲਬ ਉੱਥੇ ਟੈਂਪਰੇਚਰ ਵੇਰੀਏਸ਼ਨ ਵੀ ਬਹੁਤ ਜ਼ਿਆਦਾ ਹੋ ਰਹੇ ਨੇ। ਇਹਨਾਂ ਸਾਰੀ ਚੀਜ਼ਾਂ ਤੋਂ ਇਲਾਵਾ ਸਾਡੇ ਕੋਲ ਇੱਕ ਹੋਰ ਐਪੈਕਸ ਸਿਸਟਮ ਲੱਗਾ ਹੋਇਆ ਸੀ। ਉਹਦੇ ਵਿੱਚ ਉਹ ਇਲੈਕਟ੍ਰੋਨ ਡੈਂਸਿਟੀ ਫਾਈਂਡ ਆਊਟ ਕਰਨਾ ਚਾਹ ਰਹੇ ਸੀ ਅਸੀਂ ਕਿ ਜੇ ਸਾਡੇ ਮੂਨ ਦੀ ਸਰਫੇਸ ਦੇ ਉੱਪਰ ਇਲੈਕਟ੍ਰੋਨਸ ਹੈਗੇ ਨੇ ਤੇ ਇਲੈਕਟ੍ਰੋਨ ਦੇ ਵਿੱਚ ਕਿੰਨੀ ਡੈਂਸਿਟੀ ਹੈ, ਮਤਲਬ ਕਿੰਨੇ ਛੋਟੇ ਜਿਹੇ ਏਰੀਏ 'ਚ ਕਿੰਨੇ ਜ਼ਿਆਦਾ ਇਲੈਕਟ੍ਰੋਨਸ ਅਵੇਲੇਬਲ ਨੇ। ਤੇ ਉਹ ਵੀ ਸਾਡੇ ਕੋਲ ਜਿਹੜਾ ਰਿਜ਼ਲਟ ਹੈ ਬੜਾ ਟ੍ਰੀਮੈਂਡਸਲੀ ਹੈ ਕਿ ਕਾਫੀ ਛੋਟੇ ਜਿਹੇ ਹੀ ਆਕਾਰ ਦੇ ਵਿੱਚ, ਛੋਟੀ ਹੀ ਜੀ ਮਿੱਟੀ ਦੇ ਵਿੱਚ ਕਾਫੀ ਸਾਰੇ ਇਲੈਕਟ੍ਰੋਨਸ ਅਵੇਲੇਬਲ ਨੇ। ਮੀਨਸ ਜਿਹੜੀ ਸਾਡੀ ਐਕਸਪੈਕਟੇਸ਼ਨ ਸੀ ਸਾਡੇ ਪ੍ਰਗਿਆਨ ਤੋਂ ਤੇ ਵਿਕਰਮ ਲੈਂਡਰ ਤੋਂ, ਉਸ ਤੋਂ ਜ਼ਿਆਦਾ ਹੀ ਸਾਨੂੰ ਰਿਜ਼ਲਟ ਦੇ ਰਹੇ ਨੇ। ਤੇ ਅਸੀਂ ਉਹ ਸਾਰੇ ਰਿਜ਼ਲਟ ਪੂਰੇ ਇੰਡੀਆ ਵਿੱਚ ਵੀ ਸਰਕੂਲੇਟ ਕਰ ਰਹੇ ਨੇ ਕਿ ਜਿਹੜੀ ਸਾਡੀ ਪ੍ਰੀ ਡਿਫਾਈਨਡ ਮਿਸ਼ਨ ਸੀਗੇ ਉਹਦੇ ਨਾਲੋਂ ਵੱਧ ਕੇ ਹੀ ਸਾਡਾ ਪ੍ਰਗਿਆਨ ਕੰਮ ਕਰ ਰਿਹਾ। ਤੇ ਮੈਂ ਦੱਸਣਾ ਹੋਰ ਚਾਹਾਂਗਾ ਕਿ ਕਾਫੀ ਕ੍ਰਿਟੀਸਾਈਜ਼ ਕਰਨ ਲਈ ਆਲਰੇਡੀ ਪੀਪਲਸ ਕਰ ਰਹੇ ਨੇ ਕਿ ਜਦੋਂ ਪ੍ਰਗਿਆਨ ਫੋਟੋ ਕਲਿੱਕ ਕਰਦਾ ਹੈ ਵਿਕਰਮ ਲੈਂਡਰ ਦੀ, ਲੇਕਿਨ ਅਸੀਂ ਉਹਨੂੰ ਪੋਜ਼ਿਟਿਵਲੀ ਲੈ ਰਹੇ ਹਾਂ ਕਿ ਵੀ ਹੈਵ ਡਨ ਲੋਟ ਆਫ ਥਿੰਗਸ, ਨਾਓ ਵੀ ਆਰ ਗੋਇੰਗ ਟੂ ਡੂ ਵਰਕ ਔਨ ਦਾ ਸਨ। ਓਕੇ, ਸੋ ਇੱਕ ਨਵਾਂ ਪ੍ਰੋਜੈਕਟ ਹੁਣ ਅਸੀਂ ਲੈ ਕੇ ਆ ਰਹੇ ਹਾਂ, ਕਿਉਂਕਿ ਵਾਕਈ ਜੋ ਚੰਦਰਯਾਨ 3 ਦੀ ਸਫਲਤਾ ਨੇ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ। ਸੋ ਇਸ ਵਕਤ ਭਾਰਤ ਦਾ ਕੀ ਸਥਾਨ ਬਣਿਆ ਹੈ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ? ਜਿੱਥੇ ਤੱਕ ਸਪੇਸ ਸਾਇੰਸ ਦਾ ਅਸੀਂ ਕੰਸਰਨ ਲੈ ਕੇ ਚੱਲੀਏ, ਭਾਰਤ ਇਸ ਵਕਤ ਕਿਸ ਸਟੇਟਸ ਦਾ ਮਾਲਕ ਹੋ ਚੁੱਕਾ ਹੈ ਪੂਰੀ ਵਰਲਡ ਕਮਿਊਨਿਟੀ ਦੇ ਵਿੱਚ? ਵੈਭਵ ਜੀ ਸਰ, ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਹੀ ਚੰਦਰਯਾਨ ਸੌਫਟ ਲੈਂਡਿੰਗ ਹੋਈ, ਈਵਨ ਨਾਸਾ ਉਹਨਾਂ ਨੇ ਵੀ ਯੂਰੋਪ ਸਪੇਸ ਏਜੰਸੀ, ਜਾਪਾਨ ਐਰੋਸਪੇਸ ਏਜੰਸੀ, ਬੁਲਗੇਰੀਆ ਸਪੇਸ ਏਜੰਸੀ ਐਂਡ ਦ ਜਰਮਨ ਐਰੋਸਪੇਸ ਸੈਂਟਰ, ਸਾਰਿਆਂ ਨੇ ਇਸਰੋ ਨੂੰ ਕੰਗ੍ਰੈਚੁਲੇਸ਼ਨਸ ਕੀਤਾ ਤੇ ਸਾਰਿਆਂ ਦੀ ਐਕਸੈਪਟੈਂਸ ਵੀ ਕੀਤੀ ਹੈ ਇਸਰੋ ਨੇ। ਤੇ ਜਿਸ ਤਰ੍ਹਾਂ ਹੀ ਸੌਫਟ ਲੈਂਡਿੰਗ ਹੋਈ, ਇਸਰੋ ਨੇ ਬੈਕ ਟੂ ਬੈਕ ਆਪਣੇ ਸਾਰੇ ਪ੍ਰੋਜੈਕਟ ਡਿਸਕਲੋਜ਼ ਕੀਤੇ ਨੇ। ਮੈਂ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਆਦਿਤਿਆ 1 ਲਾਂਚ ਹੋਣ ਵਾਲਾ ਹੈ, ਇਸੇ ਦੇ ਨਾਲ ਇੱਕ ਵਾਯੂ ਮਿੱਤਰਾ ਨਾਂ ਦਾ ਇੱਕ ਕਹਿ ਸਕਦੇ ਹਾਂ ਹਿਊਮਨੋਇਡ, ਜਿਹਦੇ ਵਿੱਚ ਇਸਰੋ ਨੂੰ ਐਜ਼ ਏ ਸਾਇੰਟਿਸਟ ਦੀ ਪੋਜੀਸ਼ਨ ਦਿੱਤੀ ਹੋਈ ਹੈ। ਉਹ 2025 ਤੇ 26 ਦੇ ਵਿੱਚ ਉਹ ਸਪੇਸ ਵਿੱਚ ਜਾਏਗਾ ਤੇ ਉਹ ਇਨਵੈਸਟੀਗੇਸ਼ਨ ਕਰੇਗਾ ਸਪੇਸ ਦੇ ਵਿੱਚ ਹੋਣ ਵਾਲੀ ਸਾਰੀ ਐਕਟੀਵਿਟੀਜ਼ ਨੂੰ। ਤੇ ਗੱਲ ਕਰ ਰਹੇ ਤੁਸੀਂ ਕਿ ਕੀ ਪੋਜੀਸ਼ਨ ਬਣ ਗਈ ਹੈ, ਅਸੀਂ ਅੱਜ ਇਸ ਪੋਜੀਸ਼ਨ ਤੇ ਆ ਗਏ ਕਿ ਅਸੀਂ ਆਪਣਾ ਹਿਊਮਨੋਇਡ ਬਣਾ ਕੇ ਵਾਯੂ ਮਿੱਤਰਾ ਨਾਂ ਦਾ ਇੱਕ ਜਿਹੜਾ ਹਿਊਮਨੋਇਡ ਹੈ ਉਹ ਅਸੀਂ ਭੇਜਾਂਗੇ ਤੇ ਸਾਰੀ ਦੁਨੀਆ
ਸਾਰੀ ਦੁਨੀਆ ਦੀ ਜਿਹੜੀ ਐਕਸਪੈਕਟੇਸ਼ਨ ਹੈ ਉਹ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਤੋਂ ਬਹੁਤ ਜ਼ਿਆਦਾ। ਮੈਂ ਇੱਕ ਆਰਟੀਕਲ ਕਿਤੇ ਪੜ੍ਹ ਰਿਹਾ ਸੀ, ਉਹ ਸ਼ਾਇਦ ਮੈਂ ਨਿਊਯਾਰਕ ਟਾਈਮਸ ਵਗੈਰਾ ਵਿੱਚ ਹੀ ਮੈਂ ਪੜ੍ਹ ਰਿਹਾ ਸੀਗਾ। ਆਈ ਫਾਊਂਡ ਦੈਟ ਕਿ ਆਉਣ ਵਾਲੇ ਟਾਈਮ 'ਚ ਸਾਰੀ ਕਮਿਊਨਿਟੀ ਸੈਟੇਲਾਈਟ ਲੈ ਕੇ ਖੜੀ ਹੋਏਗੀ ਤੇ ਇਸਰੋ ਆਪੋਜ਼ਿਟ ਖੜਾ ਹੋਏਗਾ ਤੇ ਇਸਰੋ ਸਾਰਿਆਂ ਦੇ ਰॉकेट ਲਾਂਚ ਕਰੇਗਾ। ਤਾਂ ਆਈ ਵਾਸ ਵੈਰੀ ਗਲੈਡ when I see these things in the newspaper ਕਿ ਸਾਡੇ ਇਸਰੋ ਦਾ ਲੈਵਲ ਬਹੁਤ ਹਾਈ ਪਹੁੰਚ ਗਿਆ ਤੇ ਐਕਸਪੈਕਟੇਸ਼ਨਸ ਵੀ ਬਹੁਤ ਜ਼ਿਆਦਾ ਹੋ ਗਈਆਂ ਨੇ। ਯਾਨੀ ਕਿ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਬਣ ਚੁੱਕਾ ਹੈ ਸਪੇਸ ਸਾਇੰਸ ਦੇ ਵਿੱਚ ਇਸਰੋ। ਸੋ what about space economy? ਕਿਉਂਕਿ ਇਸ ਵਕਤ ਪੂਰੀ ਦੁਨੀਆ ਦੀ ਸਪੇਸ ਇਕਨੋਮੀ 500 ਬਿਲੀਅਨ ਯੂਨਾਈਟਿਡ ਸਟੇਟਸ ਡਾਲਰਸ ਇੰਨੀ ਹੈਗੀ ਆ। ਸੋ ਇੰਡੀਆ ਸਪੇਸ ਇਕਨੋਮੀ ਦੇ ਵਿੱਚ ਕਿੰਨਾ ਤਰੱਕੀ ਕਰ ਰਿਹਾ ਆਫਟਰ ਦਿਸ ਅਚੀਵਮੈਂਟ CY3? ਸਰ ਜੇ ਅਸੀਂ ਗੱਲ ਕਰੀਏ ਫੇਲੀਅਰ ਰੇਟ ਤਾਂ ਬਹੁਤ ਘੱਟ ਹੈ ਆਪਣੇ ਇਸਰੋ ਦਾ ਐਜ਼ ਕੰਪੇਅਰ ਟੂ ਜੇ ਅਸੀਂ ਅਦਰ ਸਪੇਸ ਏਜੰਸੀਜ਼ ਨੂੰ ਫਾਈਂਡ ਆਊਟ ਕਰਦੇ ਹਾਂ। ਤੇ ਇਸੀ ਬੇਸਿਸ ਤੇ ਇਸੀ ਬੇਸਿਕ ਲੇ ਫਾਊਂਡੇਸ਼ਨ ਤੇ ਬਹੁਤ ਸਾਰੀ ਸਪੇਸ ਇੰਡਸਟਰੀ ਜਿਹੜੀ ਪਹਿਲਾਂ ਸਾਡੇ ਨਾਲ ਜੁੜੀਆਂ ਹੋਈਆਂ ਸੀ, ਲਾਈਕ ਜਰਮਨ ਐਰੋਸਪੇਸ ਸੈਂਟਰ ਜਿਨ੍ਹਾਂ ਦੇ ਅਸੀਂ ਸੈਟੇਲਾਈਟ ਲਾਂਚ ਕਰਦੇ ਹਾਂ, ਬੁਲਗੇਰੀਆ ਸਪੇਸ ਏਜੰਸੀ ਉਹਨਾਂ ਦੇ ਵੀ ਅਸੀਂ ਸੈਟੇਲਾਈਟ ਲਾਂਚ ਕਰ ਰਹੇ ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਸੈਕਟਰ ਹੋਣਗੇ ਜਿਹੜੇ ਆਪਣੇ ਸੈਟੇਲਾਈਟ ਸਾਡੇ ਇਸਰੋ ਰਾਹੀਂ ਭੇਜਣ ਦੀ ਪੂਰੀ ਕੋਸ਼ਿਸ਼ ਕਰਨਗੇ। ਤੇ ਮੈਂ ਇੱਕ ਨੋਬਲ ਕੋਜ਼ ਦੱਸਣਾ ਚਾਹੁੰਦਾ ਇਸਰੋ ਦਾ ਕਿ ਜਿੰਨੀ ਵੀ ਇੰਡੀਅਨ ਇੰਸਟੀਚਿਊਟ ਹੋ ਗਏ ਜਾਂ ਫਿਰ ਜਿੰਨੀ ਵੀ ਐਜੂਕੇਸ਼ਨ ਇੰਸਟੀਟਿਊਸ਼ਨਸ ਹੋ ਗਏ ਉਹ ਸਾਰਿਆਂ ਦੀ ਸੈਟੇਲਾਈਟ ਫ੍ਰੀ ਆਫ ਕੋਸਟ ਲਾਂਚ ਕਰਦੀ ਹੈ ਆਪਣਾ ਇਸਰੋ। ਤਾਂ ਆਈ ਐਮ ਗਲੈਡ ਟੂ ਟੈਲ ਯੂ ਦੈਟ ਸਾਡੀ ਜਿਹੜਾ IIT ਬੰਬੇ ਦੀ ਸੈਟੇਲਾਈਟ ਸੀਗੀ, IIT ਕਾਨਪੁਰ ਦੀ ਜੁਗਨੂ ਹੋ ਗਈ, IIT ਬੰਬੇ ਦੀ ਪ੍ਰਥਮ ਹੋ ਗਈ, ਕਲਾਮ ਸੈਟ ਜਿਹੜੀ VIT ਯੂਨੀਵਰਸਿਟੀ ਦੀ ਸੀਗੀ, ਉਹ ਸਾਰਿਆਂ ਦੀ ਯੂਨੀਵਰਸਿਟੀ ਸਾਰੀ ਸੈਟੇਲਾਈਟਸ ਇਸਰੋ ਨੇ ਫ੍ਰੀ ਆਫ ਲਾਂਚ ਕੀਤੀ ਹੈ। ਮੀਨਸ ਅਸੀਂ ਪ੍ਰਾਈਵੇਟ ਸੈਕਟਰ ਦੇ ਨਾਲ ਨਾਲ ਸਾਡਾ ਜਿਹੜਾ ਇਸਰੋ ਹੈ ਉਹ ਨੋਬਲ ਕੋਜ਼ ਵੀ ਕੰਮ ਕਰਦਾ ਹੈ ਸਾਡੇ ਐਜੂਕੇਸ਼ਨ ਸਿਸਟਮ ਲਈ। ਦੈਟਸ ਗ੍ਰੇਟ। ਸੋ ਇੱਕ ਚੀਜ਼ ਇਹ ਕਿ ਜਿਸ ਤਰ੍ਹਾਂ ਹੁਣ ਚੰਦਰਮਾ ਦੇ ਉੱਤੇ ਅਸੀਂ ਆਪਣਾ CY3 ਭੇਜਿਆ, ਚੰਦਰਯਾਨ 3। ਸੋ ਉਹਦਾ ਪ੍ਰੋਜੈਕਟ ਇਹ ਹੈ ਕਿ ਚੰਦਰਮਾ ਦੇ ਉੱਤੇ ਕਲੋਨੀ ਬਣਾਉਣੀ ਹੈ, ਚੰਦਰਮਾ ਦੇ ਉੱਤੇ ਜਾ ਕੇ ਵਸਣਾ ਹੈ, ਅਸੀਂ ਉੱਥੇ ਇਨਸਾਨ ਜਾ ਕੇ ਰਹਿਣਾ ਚਾਹੁੰਦੇ ਹਾਂ। ਇੱਦਾਂ ਤਰ੍ਹਾਂ ਦੀਆਂ ਚੀਜ਼ਾਂ ਉੱਥੋਂ ਕੁਝ ਲੈ ਕੇ ਆਵਾਂਗੇ ਜੋ ਧਰਤੀ ਦੇ ਉੱਤੇ ਕੰਮ ਆਏਗਾ। ਉੱਥੋਂ ਦੀ ਮਿੱਟੀ ਧਰਤੀ ਦੇ ਮਿੱਟੀ ਦੇ ਨਾਲ ਕਿੱਦਾਂ ਮੈਚ ਕਰਦੀ ਆ। ਚੰਦ ਦੇ ਉੱਤੇ ਕੋਈ ਇਨਵਾਇਰਮੈਂਟ ਨਹੀਂ ਹੈ ਤਾਂ ਉੱਥੇ ਇਨਵਾਇਰਮੈਂਟ ਕਿੱਦਾਂ ਬਣਾਇਆ ਜਾਵੇ, ਉਪਜਾਊ ਸ਼ਕਤੀ ਕਿੱਦਾਂ ਪੈਦਾ ਕੀਤੀ ਜਾਵੇ ਤਾਂ ਕਿ ਚੰਦਰਮਾ ਦੇ ਉੱਤੇ ਵੀ ਅਸੀਂ ਖੇਤੀ ਕਰ ਸਕੀਏ, ਕਲੋਨੀ ਬਣਾ ਕੇ ਰਹਿ ਸਕੀਏ। ਤਮਾਮ ਗੱਲਾਂ ਸਾਡੇ ਸੁਪਨੇ ਨੇ। ਪਰ ਜਦੋਂ ਆਦਿਤਿਆ 1 ਅਸੀਂ ਭੇਜਦੇ ਪਏ ਹਾਂ ਅੱਜ ਸੂਰਜ ਦੇ ਉੱਤੇ, ਸੂਰਜ ਦੀ ਸਟੱਡੀ ਵਾਸਤੇ, ਉਹਦਾ ਕੀ ਪਰਪਸ ਹੈ? ਉੱਥੇ ਤਾਂ ਅਸੀਂ ਜਾ ਕੇ ਨਹੀਂ ਨਾ ਵਸ ਸਕਦੇ, ਉੱਥੇ ਤਾਂ ਬਹੁਤ ਜ਼ਿਆਦਾ ਗਰਮੀ ਔਰ ਅਸੀਂ ਸਾਰੇ ਜਾਣਦੇ ਹਾਂ ਇੰਨੀ ਹੀਟ ਆ। ਤੇ ਸੂਰਜ ਤੋਂ ਸਾਨੂੰ ਕੀ ਲੱਭਣਾ ਜਿਹੜਾ ਇਹ ਨਵਾਂ ਪ੍ਰੋਜੈਕਟ ਲੈ ਕੇ ਚੱਲੇ ਆ, ਇਹਦੀ ਕੀ ਜ਼ਰੂਰਤ ਹੈ? ਖੰਨਾ ਸਰ ਮੈਂ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਅਸੀਂ ਮੰਨਦੇ ਹਾਂ ਕਿ ਚੰਦਰਮਾ ਦੀ ਧਰਤੀ ਤੇ ਗ੍ਰੈਵਿਟੀ ਦੀ ਬੜੀ ਵੱਡੀ ਪ੍ਰੋਬਲਮ ਹੋ ਗਈ, ਉੱਥੇ ਏਅਰ ਤੱਕ ਨਹੀਂ ਹੈਗੀ, ਉੱਥੇ ਅਸੀਂ ਸੋਚ ਵੀ ਨਹੀਂ ਸਕਦੇ ਕਲੋਨੀ ਵਸਾਉਣ ਦਾ, ਅਸੀਂ ਰਹਿਣ ਤਾਂ ਸੋਚ ਨਹੀਂ ਸਕਦੇ ਕਿਉਂਕਿ ਐਨਵਾਇਰਮੈਂਟ ਹੀ ਹੈ ਨਹੀਂ ਉੱਥੇ। ਜਦ ਐਨਵਾਇਰਮੈਂਟ ਨਹੀਂ ਹੋਗਾ ਤਾਂ ਅਸੀਂ ਐਗਜ਼ਿਸਟੈਂਸ ਨਹੀਂ ਕਰ ਪਾਵਾਂਗੇ। ਲੇਕਿਨ ਇਹਦੇ ਰੈਫਰੈਂਸ ਸਾਨੂੰ ਲੋੜ ਹੈ ਦੇ ਉੱਪਰ ਇਨਵੈਸਟੀਗੇਸ਼ਨ ਕਰਨ ਦੀ, ਬਿਕੋਜ਼ ਉੱਥੋਂ ਸਾਨੂੰ ਬਹੁਤ ਸਾਰੇ ਸੋਲਰ ਫਲੇਅਰਸ ਆਉਂਦੇ ਨੇ, ਸੋਲਰ ਸਟਰੋਮਸ ਆਉਂਦੇ ਨੇ ਤੇ ਜਦੋਂ ਇਹ ਸੋਲਰ ਸਟਰੋਮਸ ਆਉਂਦੇ ਨੇ, ਸੋਲਰ ਫਲੇਅਰਸ ਆਉਂਦੇ ਨੇ, ਉਹਦਾ ਇੰਪੈਕਟ ਸਾਡੀ ਧਰਤੀ ਤੇ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਜਿਹੜੀ ਸਾਡੀ ਓਜ਼ੋਨ ਲੇਅਰ ਹੈ, ਓਜ਼ੋਨ ਲੇਅਰ ਕੀ ਕਰਦੀ ਹੈ, ਜਿੰਨੀ ਸਨ ਤੋਂ ਸਟਰੋਮਸ ਆਉਂਦੇ ਨੇ ਜਾਂ ਫਲੇਅਰਸ ਆਉਂਦੇ ਨੇ ਉਹ ਓਬਜ਼ਰਵ ਕਰ ਲੈਂਦੀ ਹੈ ਤੇ ਸਾਨੂੰ ਧਰਤੀ ਤੇ ਨਹੀਂ ਪਤਾ ਲੱਗਦਾ ਕਿਉਂਕਿ ਓਜ਼ੋਨ ਲੇਅਰ ਅਵੇਲੇਬਲ ਹੁੰਦੀ ਹੈ। ਤੇ ਇਹਨਾਂ ਦੀ ਕੁਆਂਟੀਟੀ ਨੂੰ ਫਾਈਂਡ ਆਊਟ ਕਰਨ ਲਈ ਕਿ ਉੱਥੋਂ ਕਿਸ ਤਰ੍ਹਾਂ ਸਟਰੋਮ ਆ ਰਹੇ ਨੇ, ਅਸੀਂ 7 ਇਕਵਿਪਮੈਂਟਸ ਲਗਾਏ ਹੋਏ ਨੇ, 7 ਪੇਲੋਡਸ ਲਗਾਏ ਹੋਏ ਨੇ। ਜੇ ਤੁਸੀਂ ਮੈਨੂੰ ਥੋੜੀ ਜਿਹੀ ਮੋਹਲਤ ਦਿਓ ਤੇ ਮੈਂ ਉਹ 7 ਦੇ 7 ਥੋੜਾ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ। ਜ਼ਰੂਰ, ਇੱਕ ਬਰੀਫ ਇੰਟਰੋਡਕਸ਼ਨ ਜ਼ਰੂਰ ਚਾਹੀਦੀ ਹੈ ਸਾਨੂੰ। ਜੀ ਜਿਹੜਾ ਉਹਦੇ ਵਿੱਚ 7 ਇੰਸਟਰੂਮੈਂਟਸ ਤੇ ਪੇਲੋਡਸ ਲੱਗੇ ਨੇ, ਮੈਂ ਪਹਿਲਾਂ ਦੱਸਣਾ ਚਾਹਾਂਗਾ। ਪਹਿਲਾ ਵੈਲਸੀ ਨਾਂ ਦਾ ਇੱਕ ਇਕਵਿਪਮੈਂਟ ਲੱਗਿਆ ਹੋਇਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵਿਜ਼ੀਬਲ ਇਮਿਸ਼ਨ ਲਾਈਨ ਕ੍ਰੋਨੋਗ੍ਰਾਫ, ਰਾਈਟ। ਇਹਦਾ ਮਤਲਬ ਇਹ ਹੈ ਕਿ ਇਹ ਇਕਵਿਪਮੈਂਟ ਸਾਨੂੰ ਸਨ ਤੋਂ ਕਿੰਨਾ ਮਾਸ ਇੰਜੈਕਸ਼ਨ ਨਿਕਲ ਰਿਹਾ, ਮੀਨਸ ਜਿਹੜਾ ਅਸੀਂ ਮੈਂ ਹੋਰ ਡੀਪਲੀ ਦੱਸਾਂ, ਮਾਸ ਇੰਜੈਕਸ਼ਨ ਮੀਨਸ ਸਨ ਲਾਈਟ ਜਿਹਦੇ ਨਾਲ ਬਣੀ ਹੁੰਦੀ ਹੈ ਉਹ ਥੋੜੇ ਪਾਰਟੀਕਲ ਨਾਲ ਬਣੀ ਹੈ, ਉਹ ਜ਼ਿਆਦਾ ਪਾਰਟੀਕਲ ਨਾਲ ਬਣੀ ਹੈ ਜਾਂ ਫਿਰ ਮੀਡੀਅਮ ਵੇ ਨਾਲ ਬਣੀ ਹੋਈ ਹੈ। ਇਹਦੇ ਉੱਪਰ ਸਾਡਾ ਜਿਹੜਾ ਵੈਲਸੀ ਨਾਂ ਦਾ ਪੇਲੋਡ ਹੈ ਉਹ ਸਾਨੂੰ ਇਨਫੋਰਮੇਸ਼ਨ ਦੇਗਾ। ਉਸ ਤੋਂ ਬਾਅਦ ਇੱਕ ਸੂਟ ਨਾਮ ਦਾ ਇੱਕ ਹੋਰ ਇਕਵਿਪਮੈਂਟ ਜਿਹਨੂੰ ਆਪਾਂ ਹੋਰ ਬਰੀਫਲੀ ਪੜਾਂਗੇ, ਸੋਲਰ ਅਲਟਰਾ ਵਾਇਲਟ ਇਮੇਜਿੰਗ ਟੈਲੀਸਕੋਪ। ਮੀਨਸ ਸਾਨੂੰ ਅਲਟਰਾ ਵਾਇਲਟ ਰੇਜ਼ ਆ ਰਹੀਆਂ ਨੇ
ਤੇ ਉਹਦਾ ਕੀ ਫਾਇਦਾ ਹੋਏਗਾ, ਕਿਉਂਕਿ ਉਹ ਫੋਟੋਸਫੀਅਰ ਨਾਂ ਦੀ ਇੱਕ ਚੀਜ਼ ਹੁੰਦੀ ਹੈ ਸਨ ਦੇ ਵਿੱਚ। ਜਿੱਦਾਂ ਸਾਡੇ ਆਪਣੀ ਧਰਤੀ ਦੇ ਵਿੱਚ ਆਇਨੋਸਫੀਅਰ ਹੁੰਦੀ ਹੈ, ਟ੍ਰੋਪੋਸਫੀਅਰ ਹੁੰਦੀ ਹੈ, ਸਟੈਟੋਸਫੀਅਰ ਹੁੰਦੀ ਹੈ। ਇਸੇ ਤਰੀਕੇ ਨਾਲ ਸਾਡੇ ਜਿਹੜਾ ਸੋਲਰ ਦੇ ਵਿੱਚ ਹੁੰਦਾ ਉਹ ਫੋਟੋਸਫੀਅਰ ਹੁੰਦਾ ਹੈ ਤੇ ਕ੍ਰੋਮੋਸਫੀਅਰ ਹੁੰਦਾ ਹੈ। ਤੇ ਉਹ ਫਾਈਂਡ ਆਊਟ ਕਰੇਗਾ ਕਿਹਦੀ ਹੈਲਪ ਨਾਲ, ਅਲਟਰਾਵਾਇਲਟ ਰੇਜ਼ ਦੇ ਨਾਲ, ਰਾਈਟ। ਤੇ ਉਸ ਤੋਂ ਬਾਅਦ ਇੱਕ ਹੋਰ ਇਕਵਿਪਮੈਂਟ ਆਉਂਦਾ ਹੈ ਐਸਪੈਕਸ, ਜਿਹੜਾ ਕੀ ਹੁੰਦਾ ਆਦਿਤਿਆ ਸੋਲਰ ਵਿੰਡ ਪਾਰਟੀਕਲ ਐਕਸਪੈਰੀਮੈਂਟ, ਜਿਵੇਂ ਮੈਂ ਤੁਹਾਨੂੰ ਦੱਸਿਆ ਸੋਲਰ ਫਲੇਅਰ। ਤੇ ਸੋਲਰ ਜਿਹੜਾ ਫਲੇਅਰ ਹੁੰਦਾ ਕਿ ਕਿੰਨੀ ਕੁਆਂਟੀਟੀ ਨਾਲ ਸਨ ਰੇਡੀਏਸ਼ਨ ਸਾਡੇ ਕੋਲ ਆ ਰਹੀ ਹੈ, ਮਤਲਬ ਕਾਈਂਡ ਆਫ ਸੋਲਰ ਵਿੰਡ ਹੀ ਹੋ ਗਿਆ। ਉਹ ਵਿੰਡ ਸਾਡਾ ਜਿਹੜਾ ਇਕਵਿਪਮੈਂਟ ਹੈ ਉਹ ਕਰੇਗਾ ਐਸਪੈਕਸ ਫਾਈਂਡ ਆਊਟ। ਇਸ ਤੋਂ ਇਲਾਵਾ ਇੱਕ ਹੋਰ ਇਕਵਿਪਮੈਂਟ ਬਾਰੇ ਮੈਂ ਦੱਸੂਗਾ, ਜਿਹਨੂੰ ਆਪਾਂ ਵੈਰੀ ਨੋਰਮਲ ਵਿੱਚ ਪਾਪਾ ਬੋਲ ਦਿੰਦੇ ਹਾਂ। ਪਾਪਾ ਸਟੈਂਡ ਫॉर ਪਲਾਜ਼ਮਾ ਐਨਾਲਾਈਜ਼ਰ ਪੈਕੇਜ ਫॉर ਦਾ ਆਦਿਤਿਆ। ਮੀਨਸ ਹਾਊ ਮਚ ਪਲਾਜ਼ਮਾ ਇਜ਼ ਅ ਫੋਰਥ ਤੁਸੀਂ ਕਹਿ ਸਕਦੇ ਹੋ ਜਿੱਦਾਂ ਲਿਕੁਇਡ ਏਅਰ ਗੈਸ ਹੁੰਦਾ, ਤੇ ਇਸ ਤਰ੍ਹਾਂ ਫੋਰਥ ਜਿਹੜਾ ਮੈਟਰਸ ਹੁੰਦਾ ਉਹਨੂੰ ਅਸੀਂ ਪਲਾਜ਼ਮਾ ਬੋਲਦੇ ਹਾਂ, ਫੋਰਥ ਮੈਟਰ, ਰਾਈਟ। ਤੇ ਇਸ ਜਿਹੜਾ ਇਹ ਇਕਵਿਪਮੈਂਟ ਹੈ ਇਹ ਫਾਈਂਡ ਆਊਟ ਕਰੇਗਾ ਐਨਰਜੈਟਿਕ ਆਇਨਸ ਐਂਡ ਦ ਸੋਲਰ ਵਿੰਡ, ਤੇ ਇਹਦੇ ਵਿੱਚ ਐਨਰਜੀ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਹੁੰਦੀ ਹੈ, ਰਾਈਟ। ਇਸ ਤੋਂ ਬਾਅਦ ਇੱਕ ਹੋਰ ਇਕਵਿਪਮੈਂਟ ਲਗਾਇਆ ਅਸੀਂ, ਉਹ ਸੋਲਰ ਲੋ ਐਨਰਜੀ ਐਕਸ-ਰੇ ਸਪੈਕਟਰੋਮੀਟਰ ਹੈ। ਕਿ ਉਹਦਾ ਸਪੈਕਟਰੋਮੀਟਰ ਕੀ ਕਰਦਾ ਹੈ, ਉਹ ਸਪੈਕਟਰਮ ਬੈਂਡ ਨੂੰ ਫਾਈਂਡ ਆਊਟ ਕਰ ਸਕਦੇ, ਜਿਸ ਤਰ੍ਹਾਂ ਅਸੀਂ ਵਿਬਗਿਓਰ ਬੋਲਦੇ ਹਾਂ, ਜਿਸ ਤਰ੍ਹਾਂ ਵਾਇਲਟ, ਬਲੂ, ਰੈਡ ਲਾਈਨ ਦੀ ਵੇਵਲੈਂਥ ਸਭ ਤੋਂ ਜ਼ਿਆਦਾ ਹੁੰਦੀ, ਸਾਨੂੰ ਠੰਡ ਦੇ ਦਿਨਾਂ 'ਚ ਸਭ ਤੋਂ ਦੂਰ ਦਿਖ ਜਾਂਦਾ ਹੈ, ਉਹ ਸਪੈਕਟਰੋਮੀਟਰ ਨਾਲ ਪਤਾ ਚੱਲਦਾ। ਤਾਂ ਇਸੇ ਤਰੀਕੇ ਨਾਲ ਜਿਹੜੀ ਸਨ ਦੀ ਲਾਈਟ ਆ ਰਹੀ ਹੈ, ਅਸੀਂ ਉਹਦੇ ਸਪੈਕਟਰਮ ਬੈਂਡ ਨੂੰ ਹੋਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ, ਹੋਰ ਅਸੀਂ ਇਲੈਬੋਰੇਟ ਕਰਾਂਗੇ। ਇਹਨਾਂ ਸਾਰਿਆਂ ਦੇ ਬਾਅਦ ਇੱਕ ਸਾਡੇ ਕੋਲ ਆਉਂਦਾ ਮੈਗਨੀਟੋਮੀਟਰ। ਮੈਗਨੀਟੋਮੀਟਰ ਦਾ ਮਤਲਬ ਇਹ ਹੋਏਗਾ ਸਰ ਕਿ ਉਹ ਸਨ ਦੀ ਜਿਹੜੀ ਮੈਗਨੈਟਿਕ ਫੀਲਡ ਹੁੰਦੀ ਹੈ, ਮੈਗਨੈਟਿਕ ਫੀਲਡ, ਕਿਉਂਕਿ ਸਰ ਜਦੋਂ ਅਸੀਂ ਕਮਿਊਨੀਕੇਟ ਕਰਦੇ ਹਾਂ ਤੇ ਮੈਗਨੈਟਿਕ ਫੀਲਡ ਸਾਡੇ ਕਮਿਊਨੀਕੇਸ਼ਨ ਨੂੰ ਬਹੁਤ ਡਿਸਟਰਬ ਕਰਦੀਆਂ ਨੇ। ਤੇ ਕਈ ਵਾਰ ਅਸੀਂ ਦੇਖੋ YouTube ਤੇ ਦੇਖਦੇ ਹਾਂ, ਅਸੀਂ ਬਹੁਤ ਸਾਰੀ ਜਗ੍ਹਾ ਤੇ ਦੇਖਦੇ ਹਾਂ ਕਿ ਬਈ ਸਨ ਤੋਂ ਸਾਨੂੰ ਇੱਕ ਵੌਇਸ ਆ ਰਹੀ ਹੈ, ਇੱਕ ਸਾਨੂੰ ਸਿਗਨਲਸ ਆ ਰਿਹਾ ਹੈ। ਬੇਸਿਕਲੀ ਹੈ ਕੀ ਆ ਉਹ, ਕੋਈ ਮੈਗਨੈਟਿਕ ਫੀਲਡ ਹੈ, ਕੋਈ ਇਲੈਕਟ੍ਰਿਕ ਫੀਲਡ ਹੈ, ਜਾਂ ਫਿਰ ਕੋਈ ਹੋਰ ਤਰੀਕੇ ਦੀ ਫੀਲਡ ਹੈ ਜਿਹੜੀ ਸਾਡੀ ਧਰਤੀ ਤੇ ਸਾਨੂੰ ਸਿਗਨਲਸ ਮਿਲਦੇ ਨੇ। ਤੇ ਇਹ ਸਾਰੇ 6 ਤੋਂ 7 ਜਿਹੜੇ ਇਕਵਿਪਮੈਂਟਸ ਲੱਗੇ ਨੇ, ਮੈਂ ਦੱਸਣਾ ਚਾਹਾਂਗਾ ਸਾਡੇ ਇੰਡੀਆ ਦੇ ਵਿੱਚ ਹੀ ਬਣੇ ਨੇ, ਜਿਹਦੇ ਵਿੱਚ ਮੈਂ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਨੇ ਵੈਲੈਂਸੀ ਬਣਾਈ ਹੋਈ ਹੈ। ਉਸ ਤੋਂ ਬਾਅਦ ਯੂਨੀਵਰਸਿਟੀ ਸੈਂਟਰ ਆਫ ਐਸਟਰੋਨੋਮੀ ਐਂਡ ਐਸਟ੍ਰੋਫਿਜ਼ਿਕਸ ਪੁਣੇ ਉਹਨਾਂ ਨੇ ਵੀ ਉਹਦੇ ਉੱਪਰ ਕੰਮ ਕੀਤਾ ਹੈ। ਤੇ ਇਸ ਤੋਂ ਇਲਾਵਾ ਫਿਜ਼ੀਕਲ ਰਿਸਰਚਰ ਲੈਬ ਜਿਹੜੀ ਅਹਿਮਦਾਬਾਦ ਦੇ ਵਿੱਚ ਹੈ, ਉਸ ਤੋਂ ਬਾਅਦ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਵਿੱਚ। ਤੇ ਟੋਟਲੀ ਇਹਦੇ ਵਿੱਚ ਜਿਹੜਾ ਕੰਟਰੀਬਿਊਸ਼ਨ ਹੈ ਇਹ ਇੱਕੋ ਹੀ ਯੂਨਿਟ ਦਾ ਨਹੀਂ ਹੈ, ਇਹ ਪੂਰੇ ਇੰਡੀਆ ਦਾ ਹੈ, ਜਿਹਦੇ ਵਿੱਚ ਅਹਿਮਦਾਬਾਦ, ਪੁਣੇ, ਵਿਕਰਮ ਸਾਰਾਭਾਈ ਰਿਸਰਚ ਸੈਂਟਰ, ਤ੍ਰਿਵੇਂਦਰਮਪੁਰਮ, ਸਾਰਿਆਂ ਨੇ ਆਪਣੀ ਕੰਟਰੀਬਿਊਸ਼ਨ ਕੀਤੀ ਹੈ। ਇਹਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚ ਅਸੀਂ UR ਰਾਓ ਸੈਟੇਲਾਈਟ ਸੈਂਟਰ ਨੂੰ ਕਿਵੇਂ ਭੁੱਲ ਸਕਦੇ, ਜਿਨ੍ਹਾਂ ਨੇ ਮੈਗਨੇਟੋਮੀਟਰ ਤੇ ਆਪਟਿਕ ਸਿਸਟਮ ਦੇ ਵਿੱਚ ਵੀ ਕੰਮ ਕੀਤਾ ਹੈ। ਤੇ ਪੂਰੀ ਯੂਨਿਟ ਬਣਾ ਕੇ, ਪੂਰਾ ਪੈਕੇਜ ਬਣਾ ਕੇ ਅੱਜ ਸ਼੍ਰੀ ਹਰੀਕੋਟਾ 'ਚ ਸਵੇਰੇ 11:50 ਤੇ ਲਾਂਚ ਕਰ ਦਾਂਗੇ ਅਸੀਂ। ਓਹ ਗ੍ਰੇਟ, ਬਹੁਤ ਵਧੀਆ। ਸੋ ਇਹਦਾ ਮਤਲਬ ਹੈ ਕਿ ਇਸਰੋ ਦਾ ਫਿਊਚਰ ਬ੍ਰਾਈਟ ਹੈ ਔਰ ਬਹੁਤ ਸਾਰੇ ਪ੍ਰੋਜੈਕਟ ਫਿਊਚਰ ਦੇ ਵਿੱਚ ਡਿਜ਼ਾਈਨ ਕੀਤੇ ਹੋਏ ਨੇ ਇਸਰੋ ਨੇ, ਜੋ ਪੂਰੀ ਦੁਨੀਆ ਵਾਸਤੇ ਨੇ, ਪੂਰੀ ਦੁਨੀਆ ਦੀ ਭਲਾਈ ਵਾਸਤੇ ਨੇ, ਔਰ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਸਤੇ ਵੀ ਨੇ ਕਿ ਇੰਨੇ ਸਸਤੇ ਬਜਟ ਦੇ ਵਿੱਚ ਐਡੇ ਵੱਡੇ ਪ੍ਰੋਜੈਕਟਸ ਨੂੰ ਇਸਰੋ ਕਿਵੇਂ ਕਾਮਯਾਬ ਕਰਦਾ ਹੈ। ਇਹ ਵੀ ਪੂਰੀ ਦੁਨੀਆ ਦੇ ਵਾਸਤੇ ਇੱਕ ਸਿੱਖਣ ਦੀ ਗੱਲ ਹੈ, ਔਰ ਇਹਦੇ ਬਾਰੇ ਤਾਂ ਪੂਰੀ ਦੁਨੀਆ ਦੀਆਂ ਜਿਹੜੀਆਂ ਸਪੇਸ ਏਜੰਸੀਜ਼ ਨੇ ਉਹ ਕਮੈਂਟ ਕਰ ਰਹੀਆਂ ਨੇ ਆਪਣੇ ਜੋ ਸੋਸ਼ਲ ਮੀਡੀਆ ਹੈਂਡਲਸ ਨੇ ਉੱਥੋਂ, ਕਿ ਵਾਕਈ ਭਾਰਤ ਨੇ ਕਮਾਲ ਕੀਤਾ ਹੈ, ਬਹੁਤ ਮਿਨੀਮਮ ਬਜਟ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਕਾਮਯਾਬ ਕੀਤਾ। ਸਰ ਮੈਂ ਦੱਸਣਾ ਚਾਹਾਂਗਾ ਇਹ ਆਦਿਤਿਆ 1 ਹੈ, ਇਹ ਸਿਰਫ 400 ਕਰੋੜ ਦੇ ਵਿੱਚ ਹੀ ਇਹਨਾਂ ਨੇ ਇੰਨਾ ਵੱਡਾ ਪ੍ਰੋਜੈਕਟ ਕੰਪਲੀਟ ਕਰ ਦਿੱਤਾ ਕਿ ਅਸੀਂ ਸੂਰਜ ਦੇ ਕੋਲ ਜਾ ਕੇ L1 ਲੈਂਗਰੇਂਜ ਪੁਆਇੰਟ ਤੇ ਜਾ ਕੇ ਅਸੀਂ ਵਰਕਆਊਟ ਕਰ ਸਕਦੇ ਹਾਂ। ਓਹ ਗ੍ਰੇਟ, ਮਤਲਬ ਇਹ ਵੀ ਘੱਟ ਪ੍ਰੋਜੈਕਟ ਦਾ ਇੱਕ ਘੱਟ ਬਜਟ ਦਾ ਇੱਕ ਪ੍ਰੋਜੈਕਟ ਹੈ। ਦੈਟਸ ਗ੍ਰੇਟ। ਸੋ ਆਪਾਂ ਇੱਕ ਗੱਲ ਕੀਤੀ ਤੇ ਤੁਸੀਂ ਮੈਨੂੰ ਦੱਸਿਆ ਕਿ ਇੱਕ ਸਿਗਨਲਸ ਮਿਲਦੇ ਨੇ। ਸੋ ਸਿਗਨਲਸ ਦੇ ਉੱਤੋਂ ਮੈਂ ਇੱਕ ਗੱਲ ਮੇਰੇ ਦਿਮਾਗ 'ਚ ਆ ਰਹੀ, ਅਕਸਰ ਅਸੀਂ ਦੇਖਦੇ ਹਾਂ ਕਿ ਸਪੇਸ ਦੇ ਵਿੱਚੋਂ ਸਿਗਨਲਸ ਆ ਰਹੇ ਨੇ ਔਰ ਅਸੀਂ ਉਹ ਸਿਗਨਲ ਰਿਸੀਵ ਕਰਦੇ ਪਏ ਹਾਂ। ਅਸੀਂ ਉਹ ਏਲੀਅਨਸ ਸਾਨੂੰ ਭੇਜਦੇ ਪਏ ਨੇ ਸਿਗਨਲਸ। ਅਸੀਂ ਯੂਨੀਵਰਸ ਦੇ ਵਿੱਚ ਇਕੱਲੇ ਨਹੀਂ ਹੈਗੇ, ਹੋਰ ਵੀ ਕਈ ਸਪੀਸ਼ੀਜ਼ ਨੇ, ਹੋਰ ਵੀ ਕਈ ਲੋਕ ਨੇ ਜੋ ਵੱਖ-ਵੱਖ ਗ੍ਰਹਿਾਂ 'ਤੇ ਰਹਿੰਦੇ ਨੇ। ਔਰ ਕਈ ਵਾਰ ਇਹ ਵੀ ਕਲੇਮ ਕੀਤਾ ਜਾਂਦਾ ਕਿ ਉਹਨਾਂ ਗ੍ਰਹਿਾਂ ਤੋਂ ਕੁਝ ਏਲੀਅਨਸ ਧਰਤੀ 'ਤੇ ਵੀ ਆਏ, ਆਪਣੇ ਸਪੇਸ ਸ਼ਿਪ ਦੇ ਵਿੱਚ ਬੈਠ ਕੇ। UFOs ਦੀ ਅਕਸਰ ਅਸੀਂ ਗੱਲ ਕਰਦੇ ਹਾਂ। ਇਸ ਤਰ੍ਹਾਂ ਦੀ ਕੋਈ ਸੱਚਾਈ ਹੈ ਕਿ ਇਹ ਇੱਕ ਇਮੇਜਨਰੀ ਵਰਲਡ ਹੈ? ਜਿੰਨੀ ਜਾਣਕਾਰੀ ਤੁਹਾਨੂੰ ਹੈ,
ਇਹ ਤੁਸੀਂ ਦੱਸੋਗੇ ਇਹ ਕਿਹੜੇ ਸਿਗਨਲ ਨੇ ਜਿਹੜੇ ਸਪੇਸ ਤੋਂ ਸਾਨੂੰ ਮਿਲਦੇ ਨੇ ਐਂਡ ਵਾਟ ਆਰ ਥੀਸ ਏਲੀਅਨਸ ਐਂਡ ਆਲ ਅਬਾਊਟ? ਜੀ ਖੰਨਾ ਸਾਹਿਬ, ਮੈਂ ਦੱਸਣਾ ਚਾਹਾਂਗਾ ਕਿ ਇੱਕ ਕੋਇਨ ਦੇ ਦੋ ਪਹਿਲੂ ਹੁੰਦੇ ਨੇ। ਮਤਲਬ ਜੇ ਸਾਡੇ ਕੋਲ ਦੁਨੀਆ ਤੇ ਕਿਤੇ ਹੋਰ ਪਾਸੇ ਵੀ ਦੁਨੀਆ ਐਗਜ਼ਿਸਟੈਂਸ ਕਰਦੀ ਹੈ, ਇਹਦੇ ਪੂਰੇ ਸਾਨੂੰ ਪੁਖਤਾ ਸਬੂਤ ਮਿਲੇ ਹੋਏ ਨੇ। ਮੈਂ ਇਸ ਸਟੇਟਮੈਂਟ ਨੂੰ ਦੋ ਸਟੇਟਮੈਂਟ ਦੇ ਨਾਲ ਡਿਫੈਂਡ ਕਰਨਾ ਚਾਹਾਂਗਾ ਤੇ ਮੈਂ ਦੱਸਣਾ ਵੀ ਚਾਹਾਂਗਾ ਕਿ ਪਹਿਲੀ ਗੱਲ ਤਾਂ ਜਿਹੜਾ ਸਿਗਨਲਸ ਹੁੰਦਾ ਹੈ ਉਹ ਸਿਗਨਲ ਇਲੈਕਟ੍ਰੋਮੈਗਨੈਟਿਕ ਵੇਵ ਨਾਲ ਤੇ ਇਲੈਕਟ੍ਰੀਕਲ ਫੀਲਡ ਨਾਲ ਬਣੇ ਹੁੰਦੇ ਆ। ਤੇ ਸਪੇਸ ਦੇ ਵਿੱਚ ਕੋਈ ਵੀ ਐਵੇਂ ਨਹੀਂ ਇਲੈਕਟ੍ਰਿਕ ਫੀਲਡ ਬਣ ਜਾਂਦੀ, ਐਵੇਂ ਨਹੀਂ ਮੈਗਨੈਟਿਕ ਫੀਲਡ ਬਣ ਜਾਂਦੀ ਜਦ ਤੱਕ ਅਸੀਂ ਕ੍ਰਿਸਟਲ ਆਕਸੀਲੇਟਰ ਤੇ ਕੰਮ ਕਰਦੇ ਹਾਂ। ਥੋੜਾ ਮੈਂ ਟੈਕਨੀਕਲੀ ਹੋ ਗਿਆ, ਮੈਂ ਹੋਰ ਡੀਪਲੀ ਜੇ ਤੁਸੀਂ ਅਲਾਓ ਕਰਦੇ ਮੈਂ ਹੋਰ ਡੀਪਲੀ ਦੱਸਣਾ ਚਾਹਾਂਗਾ ਕਿ ਕੋਈ ਵੀ ਸਿਗਨਲ ਕਿਤੋਂ ਵੀ ਨਹੀਂ ਆਉਂਦਾ ਜਦ ਤੱਕ ਅਸੀਂ ਨਹੀਂ ਭੇਜਦੇ। ਤੇ ਸਿਗਨਲ ਤੇ ਜਿਹੜਾ ਸਪੇਸ ਦੇ ਵਿੱਚ ਸਿਗਨਲ ਹੈ, ਸਾਨੂੰ ਪਤਾ ਹੈ ਕਿ ਕੋਈ ਮੀਡੀਅਮ ਨਹੀਂ ਹੈ ਲੇਕਿਨ ਟਰਾਂਸਮਿਟ ਹੋ ਰਿਹਾ ਹੈ। ਤੇ ਉਸੇ ਪੁਆਇੰਟ ਆਫ ਵਿਊ ਨਾਲ ਅਸੀਂ ਇਮੇਜਿਨ ਕਰ ਸਕਦੇ ਹਾਂ, ਅਸੀਂ ਫਾਈਂਡ ਆਊਟ ਕਰ ਸਕਦੇ ਕਿ ਕਿਸੇ ਗਲੈਕਸੀ ਤੋਂ ਕੋਈ ਸਿਗਨਲ ਚੱਲਿਆ ਤੇ ਭਟਕਦੇ ਸਾਡੇ ਜਿਹੜੇ ਡੀਪ ਸਪੇਸ ਨੈਟਵਰਕ ਹੈ ਉਹਨੇ ਕੈਚ ਕਰ ਲਿਆ। ਮਤਲਬ ਕਿਸੇ ਨੇ ਇੰਟੈਂਸ਼ਨਲੀ ਨਹੀਂ ਭੇਜਿਆ ਕਿ ਮੈਂ ਧਰਤੀ ਤੇ ਸਿਗਨਲ ਭੇਜਣਾ ਹੈ, ਮੈਂ ਉਹਨਾਂ ਨੂੰ ਦੱਸਣਾ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਕਿਸੇ ਨੇ ਆਪਣਾ ਸਿਗਨਲ ਰੈਂਡਮਲੀ ਭੇਜਿਆ ਤੇ ਉਹ ਜਿਹੜਾ ਸਾਡਾ ਡੀਪ ਸਪੇਸ ਨੈਟਵਰਕ ਹੈ ਤੇ ਉਹਨੇ ਕੈਚ ਕਰ ਲਿਆ। ਮੈਂ ਇੱਕ ਹੋਰ ਦੱਸਣਾ ਗੱਲ ਚਾਹਾਂਗਾ, ਵਿਓਜੋਰ ਨਾਮ ਦਾ ਇੱਕ USA ਨਾਸਾ ਨੇ ਆਪਣਾ ਪ੍ਰੋਜੈਕਟ ਬਣਾਇਆ ਸੀਗਾ, ਉਹ ਡੀਪ ਸਪੇਸ ਨੈਟਵਰਕ ਤੇ ਹੀ ਕੰਮ ਕਰਨ ਨੂੰ ਭੇਜਿਆ ਸੀਗਾ ਤੇ ਉਹ ਵੀ ਕਾਫੀ ਪੋਜ਼ਿਟਿਵ ਰਿਜ਼ਲਟ ਇਹ ਦੇ ਰਿਹਾ ਹੈ ਕਿ ਉਹਨੂੰ ਕਾਫੀ ਸਿਗਨਲਸ ਅਵੇਲੇਬਲ ਹੋ ਰਹੇ ਨੇ ਤੇ ਉਹ ਸਿਗਨਲ ਸਾਨੂੰ 30 ਤੋਂ 40 ਸਾਲ ਬਾਅਦ ਮਿਲਿਆ ਹੈ। ਕਿਉਂਕਿ 1971 ਸ਼ਾਇਦ, ਜਿੱਥੇ ਤੱਕ ਮੇਰੀ ਨੌਲੇਜ ਹੈ, 1971 ਜਾਂ 61 ਦੇ ਵਿੱਚ ਲਾਂਚ ਕੀਤਾ ਸੀਗਾ ਤੇ ਅੱਜ ਕਾਫੀ ਸਮੇਂ ਤੋਂ ਬਾਅਦ ਉਹ ਸਿਗਨਲ ਭੇਜਣਾ ਸ਼ੁਰੂ ਹੋਇਆ। ਕਿਉਂਕਿ ਕਿਸੇ ਟਾਈਮ ਤੇ ਅਸੀਂ ਸੋਚ ਲਿਆ ਸੀਗਾ ਕਿ ਉਹ ਡੈਡ ਹੋ ਗਿਆ ਪ੍ਰੋਜੈਕਟ, ਬਟ ਨਹੀਂ, ਉਹਨੇ ਸਿਗਨਲ ਸਾਨੂੰ ਭੇਜਿਆ ਤੇ ਅੱਜ ਸਾਨੂੰ 30-40 ਸਾਲ ਬਾਅਦ ਉਹ ਸਿਗਨਲ ਮਿਲਦਾ ਹੈ। ਤੇ ਅਸੀਂ ਇਸੇ ਤਰੀਕੇ ਦੇ ਹੋਰ ਵੀ ਜੇ ਸਾਨੂੰ ਸਿਗਨਲ ਮਿਲਦੇ ਆ ਤੇ ਅਸੀਂ ਅਜ਼ੰਪਸ਼ਨ ਕਰਦੇ ਹਾਂ ਕਿ ਉਹ ਸਿਗਨਲ ਸ਼ਾਇਦ 100 ਸਾਲ ਪਹਿਲਾਂ, 200 ਸਾਲ ਪਹਿਲਾਂ, 300 ਸਾਲ ਪਹਿਲਾਂ ਕਿਸੇ ਨੇ ਛੱਡਿਆ ਹੋਏਗਾ ਤੇ ਉਹ ਅੱਜ ਸਾਨੂੰ ਮਿਲ ਰਿਹਾ ਹੈ। ਤੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਸਿਗਨਲ ਜੇ ਆਇਆ ਹੈ, ਇਟ ਮੀਨ ਕਿਤੇ ਨਾ ਕਿਤੇ ਕੋਈ ਨਾ ਕੋਈ ਲਾਈਫ ਐਗਜ਼ਿਸਟੈਂਸ ਕਰਦੀ ਹੈ। ਤੇ ਅਸੀਂ ਗੱਲ ਹੋਰ ਕਹਿਣਾ ਚਾਹਾਂਗੇ, UFO ਦੀ ਤੁਸੀਂ ਗੱਲ ਕਰ ਰਹੇ ਸੀਗੇ, ਜਿਹਨੂੰ ਆਪਾਂ ਕਹਿੰਦੇ ਅਨਡਿਫਾਈਨਡ ਫਲਾਈਂਗ ਆਬਜੈਕਟ। ਅਨਡਿਫਾਈਨਡ ਫਲਾਈਂਗ ਆਬਜੈਕਟ ਦਾ ਮਤਲਬ ਇਹ ਹੈ ਕਿ ਜਿਹਦੀ ਸਾਨੂੰ ਕੋਈ ਇਨਫੋਰਮੇਸ਼ਨ ਹੀ ਨਹੀਂ ਹੈ, ਰਾਈਟ। ਜਿਸ ਤਰ੍ਹਾਂ ਅਸੀਂ UAV ਕਹਿੰਦੇ ਹਾਂ, ਅਨਮੇਲਡ ਏਅਰ ਵਹੀਕਲ, ਕਿਉਂਕਿ ਉਹਦੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਕਿਉਂਕਿ ਉਹ ਏਅਰ ਦੇ ਵਿੱਚ ਫਲਾਈ ਕਰ ਰਿਹਾ। ਲੇਕਿਨ ਜਿਹੜਾ UFO ਹੈ, ਅਸੀਂ ਉਹਨੂੰ ਕਿਸ ਤਰ੍ਹਾਂ ਕੈਟੇਗਰਾਈਜ਼ ਕਰਾਂਗੇ ਕਿ ਉਹ ਏਅਰ 'ਚ ਫਲਾਈ ਕਰ ਰਿਹਾ ਹੈ ਜਾਂ ਫਿਰ ਸਪੇਸ ਦੇ ਵਿੱਚ ਫਲਾਈ ਕਰ ਰਿਹਾ ਹੈ? ਕਿਉਂਕਿ ਸਪੇਸ ਵਿੱਚ ਫਲਾਈ ਕਰਨ ਲਈ ਤਾਂ ਸਾਨੂੰ ਰੈਮਜੈਟ ਇੰਜਨ ਚਾਹੀਦੇ ਹੁੰਦੇ ਨੇ, ਉਹਦੇ ਵਿੱਚ ਇਸ ਤਰੀਕੇ ਦੀ ਕੋਈ ਇੰਜਨਸ ਲੱਗੇ ਨਹੀਂ ਹੁੰਦੇ। ਦੈਨ ਕਿਸ ਤਰੀਕੇ ਨਾਲ ਬਣਿਆ ਹੁੰਦਾ ਹੈ, ਕਿਸ ਤਰੀਕੇ ਦੀ ਕਮਿਊਨੀਕੇਸ਼ਨ ਉਹ ਯੂਜ਼ ਕਰਦੇ ਨੇ, ਤਾਂ ਹੀ ਅਸੀਂ ਉਹਨੂੰ UFO ਬੋਲਦੇ ਕਿ ਅਨਡਿਫਾਈਨਡ, ਜਿਹਨੂੰ ਆਪਾਂ ਡਿਫਾਈਨ ਨਹੀਂ ਕਰ ਸਕਦੇ ਤੇ ਉਹ ਫਲਾਈਂਗ ਆਬਜੈਕਟ ਹੈ। ਤੇ ਉਹਨਾਂ ਦੀ ਟੈਕਨੋਲੋਜੀ ਅਸੀਂ ਕਾਫੀ, ਮੈਂ ਦੱਸਣਾ ਚਾਹਾਂਗਾ, ਕਾਫੀ ਟਾਈਮ ਦੇ ਵਿੱਚ ਕਾਫੀ ਆਰਟੀਕਲਸ ਵੀ ਮੈਂ ਪੜ੍ਹਦਾ ਰਿਹਾ ਹਾਂ ਕਿ UFO ਸਾਨੂੰ ਕਿਤੇ ਨੀਦਰਲੈਂਡ ਵਿੱਚ ਜਾਂ ਗ੍ਰੀਨਲੈਂਡ ਜਾਂ ਫਿਰ ਸਾਊਥ ਪੋਲ ਦੇ ਵਿੱਚ ਮਤਲਬ ਮਿਡਲ ਜਿਹੜੀ ਇਕੁਏਟਰ ਲਾਈਨ ਹੈ ਬਹੁਤ ਰੇਅਰਲੀ ਮਿਲਦੇ ਆ। ਤੇ ਇਸ ਤਰੀਕੇ ਦੀ ਚੀਜ਼ ਨਾਲ ਮੈਂ ਪੂਰੇ ਸਹਿਮਤ ਕਰਦਾ ਕਿ ਕਿਸੇ ਹੋਰ ਗੈਲੈਕਸੀ ਤੇ ਕਿਸੇ ਹੋਰ ਯੂਨੀਵਰਸ ਵਿੱਚ ਵੀ ਲਾਈਫ ਐਗਜ਼ਿਸਟੈਂਸ ਕਰਦੀ ਹੈ। ਓਕੇ, ਮਤਲਬ ਇਹ ਸ਼ੋਰ ਹੈ ਕਿ ਕਿਤੇ ਨਾ ਕਿਤੇ ਕੁਝ ਨਾ ਕੁਝ ਅਜਿਹਾ ਹੈ ਜੋ ਸਾਨੂੰ ਸਿਗਨਲ ਭੇਜਦਾ ਹੈ। ਕੋਈ ਕਲੋਨੀ ਹੋ ਸਕਦੀ ਹੈ, ਕਿਤੇ ਹੋਰ ਕੋਈ ਕਿਸੇ ਗ੍ਰਹਿ ਦੇ ਵਾਸੀ ਹੋ ਸਕਦੇ ਨੇ ਜਿਹੜੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ। ਸੋ ਇਹ ਗੱਲ ਜੇ ਸੱਚ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਜੋ ਇਸਰੋ ਜਾਂ ਹੋਰ ਸਪੇਸ ਏਜੰਸੀਜ਼ ਆਪਣੇ ਪ੍ਰੋਜੈਕਟਸ ਸਪੇਸ ਦੇ ਵਿੱਚ ਭੇਜਦੀਆਂ ਨੇ, ਉਹਨਾਂ ਪ੍ਰੋਜੈਕਟਸ ਦੇ ਉੱਤੇ ਵੀ ਉਹਨਾਂ ਦੀ ਨਜ਼ਰ ਹੋਏਗੀ। ਕੋਈ ਕਿਸੇ ਤਰ੍ਹਾਂ ਦਾ ਕੋਈ ਕਮਿਊਨੀਕੇਸ਼ਨ, ਕੋਈ ਆਬਜ਼ਰਵੇਸ਼ਨ ਉਹਨਾਂ ਵੱਲੋਂ ਵੀ ਹੋਣੀ ਚਾਹੀਦੀ ਹੈ, ਕਿਉਂਕਿ ਉਹ ਵੀ ਇਹ ਦੇਖਦੇ ਹੋਣਗੇ ਕਿ ਇਸ ਪਲੈਨਟ ਦੇ ਉੱਤੇ ਲੋਕ ਕਿੰਨੀ ਕੁ ਤਰੱਕੀ ਕਰਦੇ ਪਏ ਨੇ। ਔਰ ਦੂਜੀ ਗੱਲ ਇਹ ਮੈਂ ਨਾਲ ਜੋੜਨਾ ਚਾਹਾਂਗਾ, ਕੁਝ ਲੋਕ ਇਹ ਵੀ ਕਲੇਮ ਕਰਦੇ ਨੇ ਕਿ ਚੰਦਰਮਾ ਦੇ ਉੱਤੇ ਵੀ ਏਲੀਅਨਸ ਰਹਿੰਦੇ ਨੇ। ਐਕਚੁਅਲੀ ਇਹ ਜਿਹੜਾ ਚੰਦਰਮਾ ਹੈ ਇਹ ਕੋਈ ਨੈਚੁਰਲ ਆਬਜੈਕਟ ਨਹੀਂ ਹੈ। ਏਲੀਅਨਸ ਨੇ ਇੱਕ ਸਪੇਸ ਦੇ ਵਿੱਚ ਇੱਕ ਬਾਡੀ ਬਣਾ ਕੇ ਛੱਡੀ ਹੈ ਔਰ ਉੱਥੋਂ ਉਹ ਸਾਰੀ ਪਲੈਨਟ ਨੂੰ, ਜਿਹੜੀ ਪ੍ਰਿਥਵੀ ਪਲੈਨਟ ਹੈ ਔਰ ਸਾਰੀ ਪਲੈਨਟਸ ਜਿਹੜੀਆਂ ਨੇ ਉਹਨਾਂ ਨੂੰ ਆਬਜ਼ਰਵ ਕਰਦੇ ਨੇ। ਇਹ ਇੱਕ ਅਨਨੈਚੁਰਲ ਗ੍ਰਹਿ ਹੈ, ਨੈਚੁਰਲ ਗ੍ਰਹਿ ਨਹੀਂ ਹੈਗਾ। ਔਰ ਜਿਹੜੀ ਸਾਈਡ ਇਹਦੀ ਡਾਰਕ ਹੈ, ਜਿਹੜੀ ਧਰਤੀ ਤੋਂ ਦਿਖਾਈ ਨਹੀਂ ਦਿੰਦੀ, ਉਸ ਸਾਈਡ ਦੇ ਉੱਤੇ ਏਲੀਅਨਸ ਨੇ ਆਪਣੀਆਂ ਕਲੋਨੀਆਂ ਬਣਾਈਆਂ ਹੋਈਆਂ ਨੇ ਤਾਂ ਕਿ ਉਹ ਧਰਤੀ ਦੇ ਵਾਸੀਆਂ ਨੂੰ ਨਜ਼ਰ ਨਾ ਆਉਣ ਔਰ ਉੱਥੋਂ ਉਹ ਸਾਰਾ ਕੁਝ ਆਪਰੇਟ ਕਰਦੇ ਨੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਖੰਨਾ ਸਰ, ਮੈਂ ਦੱਸਣਾ ਚਾਹਾਂਗਾ ਕਿ
ਕਈ WhatsApp ਯੂਨੀਵਰਸਿਟੀ ਤੋਂ ਐਜੂਕੇਟ ਹੁੰਦੇ ਨੇ, ਕਈ ਐਕਸਪੀਰੀਅੰਸ ਨਾਲ ਐਜੂਕੇਟ ਹੁੰਦੇ ਨੇ। ਤੇ ਮੈਂ ਹਜੇ ਕੱਲ ਪਰਸੋਂ ਹੀ ਕਿਤੇ ਲਾਈਕ ਜੋਕਿੰਗ ਵੇ ਨਾਲ ਪੜ੍ਹ ਰਿਹਾ ਸੀਗਾ ਕਿ ਜਿਹੜਾ ਸਾਡਾ ਚੰਦਰਯਾਨ ਹੈ ਉਹ ਚੰਦਰਯਾਨ ਬਹੁਤ ਜਲਦੀ ਫਿਨਿਸ਼ ਹੋਣ ਵਾਲਾ ਹੈ। ਇਸ ਤਰ੍ਹਾਂ ਦੀ ਕਾਫੀ ਇਨਫੋਰਮੇਸ਼ਨ ਮੈਂ ਸੁਣੀਆਂ ਸੀਗੀਆਂ, ਲੇਕਿਨ ਟੋਟਲੀ ਉਹਨੂੰ ਮੈਂ ਨਕਾਰਨਾ ਚਾਹਾਂਗਾ। ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੁੰਦਾ, ਬਿਕੋਜ਼ ਆਉਣ ਵਾਲੇ ਟਾਈਮ ਵਿੱਚ ਜਿੰਨੇ ਵੀ ਪ੍ਰੋਜੈਕਟਸ ਨੇ ਉਹ ਪ੍ਰੋਪਰ ਕੰਮ ਕਰਨਗੇ, ਉਹਨਾਂ ਦੇ ਵਿੱਚ ਕੋਈ ਡਿਸਟਰਬੈਂਸ ਨਹੀਂ ਹੋਏਗੀ। ਇਹ ਸਭ ਰੂਮਰਸ ਨੇ ਕਿ ਦੂਸਰੇ ਪਾਸੇ ਏਲੀਅਨਸ ਅਵੇਲੇਬਲ ਨੇ, ਇਸ ਤਰ੍ਹਾਂ ਦਾ ਬਿਲਕੁਲ ਕੁਝ ਨਹੀਂ ਹੈ। ਓਕੇ, ਮਤਲਬ ਇਹ ਜਿਹੜੀ WhatsApp ਯੂਨੀਵਰਸਿਟੀ ਹੈ, WhatsApp ਯੂਨੀਵਰਸਿਟੀ ਦੇ ਸਟੂਡੈਂਟਸ ਇਹ ਸਾਰੀ ਇਨਫੋਰਮੇਸ਼ਨ ਦਿੰਦੇ ਨੇ ਐਂਡ ਇਸ ਨੂੰ ਅਸੀਂ ਡਿਨਾਈ ਕਰੀਏ, ਇਸ ਨੂੰ ਅਸੀਂ ਟੋਟਲੀ ਰਿਜੈਕਟ ਕਰੀਏ। ਸੋ ਅਸਲੀ ਗੱਲ ਇਹ ਹੈ ਕਿ ਸਪੇਸ ਦੇ ਵਿੱਚ ਹੋਰ ਥਾਂ ਦੇ ਉੱਤੇ ਵੀ ਲਾਈਫ ਮੌਜੂਦ ਹੈ, ਜਿੱਥੇ ਹੋਰ ਵਾਸੀ ਹੋ ਸਕਦੇ ਨੇ, ਉਸ ਗ੍ਰਹਿ ਦੇ ਕਿਸੇ ਹੋਰ ਗ੍ਰਹਿ ਦੇ ਵਾਸੀ ਹੋ ਸਕਦੇ ਨੇ ਜੋ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ, ਇਸ ਕਰਕੇ ਸਿਗਨਲਸ ਭੇਜਦੇ ਨੇ। ਸੋ ਇਹ ਚੀਜ਼ਾਂ ਅਵੇਲੇਬਲ ਨੇ। ਸੋ ਬਰੀਫ ਸਟੇਟਮੈਂਟ ਤੁਹਾਡੇ ਵੱਲੋਂ, ਫਾਈਨਲ ਵਰਡਸ, ISRO ਦਾ ਫਿਊਚਰ ਔਰ ਪੂਰੀ ਦੁਨੀਆ ਦੀ ਸਪੇਸ ਸਾਇੰਸ ਦਾ ਫਿਊਚਰ ਜੋ ISRO ਨਾਲ ਜੁੜਿਆ ਹੋਇਆ ਹੈ। ਵੈਭਵ ਸਰ, ਮੈਂ ਦੱਸਣਾ ਚਾਹਾਂਗਾ ਕਿ ISRO ਦਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਫਿਊਚਰ ਬ੍ਰਾਈਟ ਹੈ, ਕਿਉਂਕਿ ਜਿਹੜਾ ਸਾਡਾ ਟਰਾਂਸਪੋਰਟੇਸ਼ਨ ਹੈ ਬਹੁਤ ਸਸਤਾ ਹੈ ਐਜ਼ ਕੰਪੇਅਰ ਟੂ ਦੂਸਰੀ ਸਪੇਸ ਏਜੰਸੀ ਨਾਲ ਅਸੀਂ ਜੇ ਗੱਲ ਕਰੀਏ। ਕਿਉਂਕਿ ਅਸੀਂ ਆਦਿਤਿਆ ਜਿਹੜਾ ਅੱਜ ਲਾਂਚ ਹੋ ਰਿਹਾ ਉਹ 400 ਕਰੋੜ ਦੇ ਵਿੱਚ ਬਣਾ ਰਹੇ ਹਾਂ। 600 ਕਰੋੜ 'ਚ ਅਸੀਂ ਚੰਦਰਮਾ 'ਤੇ ਲੈਂਡ ਕਰ ਰਹੇ ਹਾਂ। ਮੰਗਲਯਾਨ ਅਸੀਂ ਆਲਰੇਡੀ ਬਣਾ ਚੁੱਕੇ ਹਾਂ, ਅਸੀਂ ਹਿਊਮਨੋਇਡ ਬਣਾ ਚੁੱਕੇ ਹਾਂ, ਅਤੇ ਆਉਣ ਵਾਲੇ ਟਾਈਮ 'ਚ ਅਸੀਂ ਕਹਾਂਗੇ ਕਿ ਬਹੁਤ ਹੀ ਸਾਡਾ ਫਿਊਚਰ ਬ੍ਰਾਈਟ ਹੈ। ਜਾਂ ਮਾਰਸ ਦੇ ਉੱਤੇ, ਮੰਗਲ ਗ੍ਰਹਿ ਦੇ ਉੱਤੇ ਵੀ ਅਸੀਂ ਪਹਿਲੀ ਜਨਰੇਸ਼ਨ ਆ ਭਾਰਤ ਦੀ ਜਿਸ ਨੇ ਸੋਚਿਆ ਹੈ ਔਰ ਜਿਸ ਨੇ ਪ੍ਰੋਜੈਕਟ ਬਣਾਇਆ ਹੈ। ਇਹ ਵੀ ਦੁਨੀਆ ਦਾ ਪਹਿਲਾ ਦੇਸ਼ ਹੈ ਭਾਰਤ ਜੋ ਮਾਰਸ ਬਾਰੇ, ਮੰਗਲ ਗ੍ਰਹਿ ਬਾਰੇ ਵਿਚਾਰ ਕਰਕੇ ਆਪਣਾ ਪ੍ਰੋਜੈਕਟ ਡਿਜ਼ਾਈਨ ਕਰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵੈਭਵ ਤੁਹਾਡਾ, ਥੈਂਕ ਯੂ ਸੋ ਮੱਚ ਐਂਡ ਗੁੱਡ ਲੱਕ। ਅਸੀਂ ਆਪਣੇ ਪਲੇਟਫਾਰਮ ਤੋਂ ਕਹਿੰਦੇ ਹਾਂ ਤੁਹਾਨੂੰ, ਤੁਹਾਡੀ ਸਾਰੀ ਟੀਮ ਨੂੰ, ਔਰ ISRO ਇਸੇ ਤਰ੍ਹਾਂ ਤਰੱਕੀ ਕਰਦੀ ਰਹੇ ਔਰ ਅਸੀਂ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਇੱਕ ਸਾਇੰਸ ਦੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਰਹੀਏ। ਗੁੱਡ ਲੱਕ, ਆਲ ਦਾ ਬੈਸਟ, ਥੈਂਕ ਯੂ ਸੋ ਮੱਚ। ਥੈਂਕ ਯੂ ਸਰ, ਥੈਂਕਸ ਅ ਲੋਟ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਸ ਸਬਜੈਕਟ ਦੇ ਉੱਤੇ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।